ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਦਿਨ ਗੁਰੂ ਨਾਨਕ ਦੇਵ ਜੀ ਸ੍ਰੀ ਨਿਰੰਕਾਰ ਜੀ ਦੇ ਧਿਆਨ ਵਿੱਚ ਬੈਠੇ ਹੋਏ ਸਨ। ਨਿਰੰਕਾਰ ਦੀ ਜੋਤ ਵਿੱਚ ਧਿਆਨ ਲੱਗਿਆ ਹੋਇਆ ਸੀ। ਨਿਰੰਕਾਰ ਜੀ ਕੁਦਰਤ ਨੂੰ ਦੇਖ ਕੇ ਬਿਸਮਾਰ ਹੋ ਰਹੇ ਸਨ, ਬਿਲਹਾਰੇ ਜਾ ਰਹੇ ਸਨ। ਇੰਨੇ ਵਿੱਚ ਕੀ ਕੌਤਕ ਦੇਖਿਆ। ਸੰਸਾਰ ਦੀ ਬਾਬਤ ਹੁਕਮ ਹੋਇਆ, ਨਾਨਕ ਜੀ ਇਸ ਸੰਸਾਰ ਨੂੰ ਕੋਈ ਖਬਰ ਨਹੀਂ ਹੈ ਕਿ ਇਹਨਾਂ ਜੀਵਾਂ ਦਾ ਅੱਗੇ ਕੀ ਵਰਤਾਰਾ ਵਰਤਦਾ ਹੈ, ਕਿਉਂਕਿ ਇਹਨਾਂ ਦੇ ਪਾਪ ਤੇ ਪੁੰਨ ਸਭ ਲਿਖੇ ਜਾਂਦੇ ਹਨ। ਪੁੰਨਾਂ ਕਰਕੇ ਬਖਸ਼ਿਸ਼ਾਂ ਮਿਲਦੀਆਂ ਹਨ ਅਤੇ ਪਾਪਾਂ ਕਰਕੇ ਦੁੱਖ ਮਿਲਦੇ ਹਨ। ਇਹ ਕੌਤਕ ਦੇਖ ਕੇ ਗੁਰੂ ਨਾਨਕ ਸਾਹਿਬ ਜੀ ਦੇ ਮਨ ਵਿੱਚ ਮਿਹਰ ਆਈ ਤੇ ਬਾਬਾ ਨਾਨਕ ਜੀ ਦੇ ਮਨ ਵਿੱਚ ਮਿਹਰ ਆਉਣ ਦੇ ਨਾਲ ਨਿਰੰਕਾਰ ਜੀ ਨੂੰ ਉਹਨਾਂ ਨੇ ਕਿਹਾ ਕਿ ਠੀਕ ਹੈ ਨਿਰੰਕਾਰ ਜੀ। ਨਿਰੰਕਾਰ ਜੀ ਨੇ ਕਿਹਾ, ਮੈਨੂੰ ਕੋਈ ਸਿਮਰਦਾ ਨਹੀਂ ਹੈ, ਕੋਈ ਜਾਣਦਾ ਨਹੀਂ ਹੈ, ਸਭ ਕੋਈ ਮਾਇਆ ਦੇ ਮਗਰ ਹੀ ਲੱਗੇ ਹੋਏ ਹਨ। ਇਸ ਕਰਕੇ ਮੈਂ ਦੁੱਖ ਤਿਆਰ ਕੀਤੇ ਹਨ। ਮੈਂ ਦੁੱਖ ਨੂੰ ਸੰਸਾਰ ਵਿੱਚ ਭੇਜਾਂਗਾ ਅਤੇ ਦੁੱਖ ਨੂੰ ਕਿਹਾ, ਤੂੰ ਇਹੋ ਜਿਹੀ ਪੀੜਾ ਲਾਉਣੀ ਹੈ ਤੇ ਜੀਓ ਬਹੁਤੇ ਵਿਰਲਾਪ ਕਰਨਾ। ਤਾਂ ਫਿਰ ਦੁੱਖ ਨੇ ਕਿਹਾ, ਭਲਾ ਜੀ ਜਿਵੇਂ ਤੁਸੀਂ ਕਹੋਗੇ, ਜਿਵੇਂ ਤੁਹਾਡੀ ਆਗਿਆ ਹੋਵੇਗੀ, ਮੈਂ ਇਸੇ ਤਰ੍ਹਾਂ ਹੀ ਕਰਾਂਗਾ। ਗੁਰੂ ਨਾਨਕ ਸਾਹਿਬ ਜੀ ਨੇ ਬੇਨਤੀ ਕੀਤੀ, ਨਿਰੰਕਾਰ ਜੀ ਸੰਸਾਰ ਸਾਰਾ ਪਾਪਾਂ ਨੂੰ ਲੱਗਿਆ ਹੋਇਆ ਹੈ। ਠੀਕ ਹੈ, ਤੈਨੂੰ ਸਾਹ ਛੱਡਿਆ ਹੈ, ਇਸ ਕਰਕੇ ਤੁਸੀਂ ਦੁੱਖ ਤਿਆਰ ਕੀਤਾ ਹੈ, ਪਰ ਤੁਸੀਂ ਕੁਛ ਕੁ ਜੀਵਾਂ ਵਾਸਤੇ ਮਿਹਰਬਾਨੀ ਕਰੋ ਜੀ, ਕਿਉਂਕਿ ਇਹ ਜੀਵ ਤਾਂ ਤੇਰੇ ਹੀ ਬਣਾਏ ਹੋਏ ਹਨ। ਤੈਨੂੰ ਆਪਣੇ ਬਣਾਇਆਂ ਦੀ ਲਾਜ ਰੱਖਣੀ ਹੈ, ਕਿਉਂਕਿ ਜਿਹੜੇ ਜੀ ਪਰਮਾਤਮਾ ਦਾ ਆਪ ਜੀ ਦਾ ਨਾਮ ਯਾਦ ਕਰਨਗੇ, ਆਪ ਨੂੰ ਨਹੀਂ ਵਿਸਾਰਨਗੇ, ਉਹਨਾਂ ਨੂੰ ਤੁਸੀਂ ਨੇ ਰੱਖ ਲੈਣਾ ਜੀ। ਨਿਰੰਕਾਰ ਜੀ ਨੇ ਕਿਹਾ, ਹੇ ਨਾਨਕ ਗੱਲ ਤਾਂ ਤੁਹਾਡੀ ਠੀਕ ਹੈ, ਪਰ ਮੈਂ ਜਿਨ੍ਹਾਂ ਨੂੰ ਲੱਖੀ ਕਰੋੜੀ ਮਾਇਆ ਦਿੱਤੀ ਹੋਈ ਹੈ ਉਹ ਮੈਨੂੰ ਨਹੀਂ ਯਾਦ ਕਰਦੇ, ਸਗੋਂ ਇਹੀ ਕਹਿੰਦੇ ਹਨ ਕਿ ਜੋ ਕੁਝ ਕੀਤਾ ਹੈ ਅਸੀਂ ਆਪ ਹੀ ਕੀਤਾ ਹੈ। ਇਸ ਕਰਕੇ ਮੈਂ ਦੁੱਖ ਲਾਏ ਉਹਨਾਂ ਦੀ ਲਾਵਾਂਗਾ, ਕਿਉਂਕਿ ਇਸ ਤਰ੍ਹਾਂ ਉਹਨਾਂ ਨੂੰ ਨੰਗ ਭੁੱਖ ਦੀ ਪੀੜਾ ਲਾਵਾਂਗਾ। ਫਿਰ ਉਹ ਮੇਰੀ ਨਿਮਿਤ ਕੁਝ ਪੁੰਨ ਦਾਨ ਕਰਨਗੇ ਅਤੇ ਯਾਦ ਵੀ ਕਰਨਗੇ। ਸੰਸਾਰ ਤਾਂ ਸਾਰੇ ਸੌਦਾਂ ਵਿੱਚ ਲੱਗਾ ਹੋਇਆ ਹੈ, ਪਰ ਮੇਰੇ ਹੱਥ ਇੱਕ ਕੌਡੀ ਵੀ ਨਹੀਂ ਕੱਢ ਸਕਦੇ। ਸੁਣੋ ਨਾਨਕ ਜੀ, ਇਹਨਾਂ ਪ੍ਰਾਣੀਆਂ ਦੀ ਆਰਜ਼ਾ ਬਹੁਤ ਥੋੜ੍ਹੀ ਹੈ, ਪਰ ਫਿਰ ਵੀ ਮੈਨੂੰ ਕੋਈ ਨਹੀਂ ਯਾਦ ਕਰਦਾ, ਸਾਰੇ ਮਾਇਆ ਦੇ ਨਾਲ ਹੀ ਲਿਪਟ ਰਹੇ ਹਨ। ਫਿਰ ਗੁਰੂ ਨਾਨਕ ਜੀ ਨੇ ਕਿਹਾ, ਨਿਰੰਕਾਰ ਜੀ ਤੁਸੀਂ ਮੈਨੂੰ ਇਸ ਸੰਸਾਰ ਵਿੱਚ ਭੇਜਿਆ ਹੈ ਸੱਚ ਦਾ ਰਾਹ ਦਰਸਾਉਣ ਵਾਸਤੇ। ਹੇ ਈਸ਼ਵਰ ਜੀ, ਮੇਰੀ ਅਰਜ਼ ਹੈ, ਕਿਉਂਕਿ ਇਹ ਸਾਰੀ ਸ੍ਰਿਸ਼ਟੀ ਤੁਹਾਡੀ ਹੀ ਸਾਜੀ ਹੋਈ ਹੈ, ਪਰ ਜਿਹੜੇ ਜੀਵ ਆਪ ਜੀ ਦਾ ਨਾਮ ਜਪਣਗੇ ਤੁਸੀਂ ਉਹਨਾਂ ਨੂੰ ਦੁੱਖ ਨਹੀਂ ਦਿਓਗੇ। ਨਿਰੰਕਾਰ ਜੀ ਨੇ ਕਿਹਾ, ਠੀਕ ਹੈ ਨਾਨਕ, ਤੂੰ ਮੇਰਾ ਬੜਾ ਪਿਆਰਾ ਭਗਤ ਹੈ, ਤੇਰੀ ਮੇਰੇ ਨਾਲ ਸਾਰਾ ਦਿਨ ਲਿਵ ਲੱਗੀ ਰਹਿੰਦੀ ਹੈ, ਤੇਰਾ ਧਿਆਨ ਮੇਰੇ ਵੱਲ ਹੀ ਰਹਿੰਦਾ ਹੈ, ਇਸ ਕਰਕੇ ਮੈਂ ਤੇਰਾ ਕਹਿਣਾ ਨਹੀਂ ਮੋੜਾਂਗਾ। ਤੁਸੀਂ ਸੰਸਾਰੀ ਜੀਵਾਂ ਨੂੰ ਜਾ ਕੇ ਨਾਮ ਜਪਾਓ। ਜਿੱਥੇ ਵੀ ਤੁਹਾਡੇ ਨਾਮ ਦਾ ਚੱਕਰ ਫਿਰੇਗਾ, ਖੰਡਾਂ ਬ੍ਰਹਮੰਡਾਂ ਵਿੱਚ ਜਿੱਥੇ ਵੀ ਜਾ ਕੇ ਤੁਸੀਂ ਮੇਰਾ ਨਾਮ ਜਪਾਓਗੇ, ਮੈਂ ਉਹਨਾਂ ਭਗਤਾਂ ਦੀ ਰੱਖਿਆ ਕਰਾਂਗਾ, ਉਹਨਾਂ ਦੇ ਨੇੜੇ ਦੁੱਖ ਨਹੀਂ ਆਉਣ ਦੇਵਾਂਗਾ, ਉਹਨਾਂ ਨੂੰ ਸੰਸਾਰ ਵਿੱਚ ਸੁਖੀ ਰੱਖਾਂਗਾ ਤੇ ਅੰਤ ਵੇਲੇ ਆਪਣੀ ਪੂਰੀ ਵਿੱਚ ਵੀ ਨਿਵਾਸ ਦੇਵਾਂਗਾ ਤੇ ਉਹਨਾਂ ਪ੍ਰਾਣੀਆਂ ਨੂੰ ਸਾਰੇ ਸੁੱਖ ਮਿਲਣਗੇ। ਪਰ ਜੇ ਕੋਈ ਤੇਰੇ ਕਹੇ ਨਾ ਲੱਗਿਆ ਤਾਂ ਮੈਂ ਇਸ ਸੰਸਾਰ ਵਿੱਚ ਦੁੱਖ ਨੂੰ ਭੇਜਿਆ ਹੈ, ਉਹ ਪ੍ਰਾਣੀ ਦੁੱਖ ਦੀ ਪੀੜ ਸਹਿਣਗੇ। ਤੇ ਨਾਨਕ ਭਗਤ ਜੀ, ਜਿਸ ਪ੍ਰਾਣੀ ਦੇ ਮਨ 'ਤੇ ਤੇਰਾ ਨਾਮ ਹੋਵੇਗਾ, ਮੁੱਖ ਕਰਕੇ ਤੇਰਾ ਨਾਮ ਜਪੇਗਾ, ਉਸ ਪ੍ਰਾਣੀ ਦੀਆਂ ਸਭ ਵਾਸ਼ਨਾ ਪੂਰੀਆਂ ਕਰਾਂਗਾ। ਤੂੰ ਮੇਰਾ ਵੱਡਾ ਪਿਆਰਾ ਭਗਤ ਹੈ। ਹੇ ਨਾਨਕ ਜੀ, ਜਿਸ ਭਾਵਨੀ ਕਰਕੇ ਜਿਸ ਪ੍ਰਕਾਰ ਮੈਨੂੰ ਜੋ ਪ੍ਰਾਣੀ ਯਾਦ ਕਰਦੇ ਹਨ, ਮੈਂ ਉਸ ਪ੍ਰਾਣੀ ਨੂੰ ਉਸੇ ਤਰ੍ਹਾਂ ਉਹਨਾਂ ਦੀਆਂ ਚੀਜ਼ਾਂ ਦੇ ਦਿੰਦਾ ਹਾਂ ਜੋ ਸਵਾਸ ਸਾਸ ਮੇਰਾ ਭਜਨ ਕਰਨਗੇ ਅਤੇ ਤੇਰੇ ਪੰਥ ਵਿੱਚ ਆ ਕੇ ਤੇਰਾ ਨਾਮ ਜਪਣਗੇ। ਮੈਂ ਉਹਨਾਂ ਨੂੰ ਹਰ ਪ੍ਰਕਾਰ ਦੇ ਸੁੱਖ ਦੇਵਾਂਗਾ ਅਤੇ ਜਮਾਂ ਤੋਂ ਛੁਡਾਵਾਂਗਾ ਤੇ ਉਹਨਾਂ ਨੂੰ ਯਮਰਾਜ ਕੋਲ ਵੀ ਨਹੀਂ ਜਾਣ ਦੇਵਾਂਗਾ। ਇਹ ਬਚਨ ਸੁਣ ਕੇ ਗੁਰੂ ਨਾਨਕ ਸਾਹਿਬ ਜੀ
ਨੇ ਨਿਰੰਕਾਰ ਜੀ ਦੇ ਅੱਗੇ ਮੱਥਾ ਟੇਕਿਆ, ਬੜੀ ਉਸਤਤ ਕੀਤੀ। ਹੇ ਭਗਵੰਤ ਜੀ, ਤੁਸੀਂ ਸ਼ਰਨ ਪਾਲਕ ਹੋ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਇਹ ਕਹਿ ਕੇ ਗੁਰੂ ਨਾਨਕ ਜੀ ਨਿਰੰਕਾਰ ਜੀ ਦੇ ਧਿਆਨ ਵਿੱਚ ਫਿਰ ਜੁੜ ਗਏ, ਸੰਸਾਰੀ ਸੁਭਾਅ ਵਿੱਚ ਆਏ ਅਤੇ ਆਪਣੀ ਬਿਰਤੀ ਤੋਂ ਉੱਠ ਕੇ ਲੋਕਾਂ ਨੂੰ ਪਰਮੇਸ਼ਰ ਦਾ ਨਾਮ ਜਪਾਉਣ ਲੱਗੇ, ਕਿਉਂਕਿ ਇਸ ਨਾਲ ਸਾਰੇ ਲੋਕ ਸੁਖੀ ਰਹਿਣਗੇ ਅਤੇ ਕਿਸੇ ਨੂੰ ਦੁੱਖ ਦੀ ਪੀੜਾ ਨਹੀਂ ਸਹਿਣੀ ਪਵੇਗੀ ਅਤੇ ਪਰਲੋਕ ਵਿੱਚ ਵੀ ਮੁਕਤੀ ਮਿਲੇਗੀ। ਸੋ ਭਾਈ ਪਰਮੇਸ਼ਰ ਦੇ ਪਿਆਰਿਓ, ਭਗਵੰਤ ਨੇ ਵੇਦਾਂ ਪੁਰਾਣਾ ਸ਼ਾਸਤਰਾਂ ਵਿੱਚ ਵੀ ਇਹੋ ਹੀ ਲਿਖਿਆ ਹੈ ਕਿ ਜੇ ਕੋਈ ਪਰਮਾਤਮਾ ਦਾ ਭਜਨ ਕਰੇਗਾ ਉਸ ਨੂੰ ਸਦਗਤੀ ਦੇਵਾਂਗਾ ਅਤੇ ਸੰਸਾਰ 'ਚ ਸੁਖਾਲਾ ਰੱਖਾਂਗਾ, ਨਹੀਂ ਤਾਂ ਦੁੱਖ ਮਿਲਣਗੇ। ਆਰਾਮ ਦੇ ਲੋਕੋ, ਪਰਮੇਸ਼ਰ ਦੀ ਯਾਦ ਵਿੱਚ ਰਹੋ, ਭੁਲਾਵੋ ਨਹੀਂ। ਸਾਖੀ ਸੰਪੂਰਨ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।